ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ। ਜਿਸ ਕਰਨਾ ਤੇ ਵੜਿਆਗੀ ਪਾਵਹਿ ਗਤ ਵਿਸ਼ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ, ਸੰਤ ਬਾਬਾ ਅਮੀਰ ਸਿੰਘ ਜੀ ਔਰ ਉਹਨਾਂ ਦੇ ਜਥੇਬੰਦੀ ਦੇ ਸਾਰੇ ਸਿੰਘ, ਸ਼ਹਿਰ ਦੀਆਂ, ਇਲਾਕੇ ਦੀਆਂ, ਦੇਸ਼ ਪ੍ਰਦੇਸ਼ ਦੀਆਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਸੁੱਚਾ ਸਿੰਘ ਜੀ ਉਹਨਾਂ ਦੀ ਪਾਵਨ ਯਾਦ ਬਰਸੀ ਸਮਾਗਮ ਵਿੱਚ ਬੇਅੰਤ ਮਹਾਂਪੁਰਖ ਗੁਰੂ ਕੇ ਕੀਰਤਨੀਏ ਬੇਅੰਤ ਗਿਆਨੀ ਸਿੰਘ ਪਾਠੀ ਸਿੰਘਾਂ ਨੇ ਮਹਾਂਪੁਰਖਾਂ ਦੀ ਯਾਦ ਵਿੱਚ ਵੱਡੇ ਵੱਡੇ ਚੌਂਕੜੇ ਲਾ ਕੇ ਬਾਣੀ ਦੇ ਅਖੰਡ ਜਾਪ ਕੀਤੇ, ਭੋਗ ਪਏ ਹਨ ਮਹਾਂਪੁਰਖਾਂ ਦੀ ਯਾਦ ਵਿੱਚ। ਔਰ ਬੇਅੰਤ ਸੰਗਤਾਂ, ਬੇਅੰਤ ਮਹਾਂਪੁਰਖ ਸਮੇਂ ਸਮੇਂ ਦੇ ਨਾਲ ਹਾਜ਼ਰੀਆਂ ਭਰ ਰਹੇ ਹਨ। ਇਹ ਮਹੀਨੇ ਵਿੱਚ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਔਰ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ, ਹੋਰ ਵੀ ਬਹੁਤ ਸਾਰੇ ਮਹਾਂਪੁਰਖਾਂ ਦੀਆਂ ਯਾਦਾਂ, ਸੰਤ ਬਾਬਾ ਕਰਤਾਰ ਸਿੰਘ ਪਿੰਡਰਾਂ ਵਾਲੇ, ਇਹ ਬਰਸੀਆਂ ਮਨਾਈਆਂ ਜਾ ਰਹੀਆਂ। ਅੱਜ ਅਸੀਂ ਸੰਤ ਬਾਬਾ ਸੁੱਚਾ ਸਿੰਘ ਜੀ ਜੋ ਗੁਰਮਤਿ ਵਿਦਿਆਲਾ ਜੋਧੀ ਟਕਸਾਲ ਇਹਦੇ ਬਾਨੀ ਹਨ, ਉਹਨਾਂ ਦੀ ਯਾਦ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰ ਰਹੇ ਹਨ। ਇਨਸਾਨ ਸੰਸਾਰ 'ਤੇ ਆਉਂਦਾ ਹੈ, ਜਿੰਨੀ ਜਿੰਨੀ ਪਰਾਰਬਧ ਹੈ ਉਹ ਗੁਣ ਤੋਂ ਬਾਅਦ ਚਲੇ ਜਾਂਦਾ ਹੈ। ਪਰ ਮਹਾਂਪੁਰਖਾਂ ਦਾ ਆਉਣਾ, ਰਹਿਣਾ ਤੇ ਜਾਣਾ ਇਹ ਵਿਲੱਖਣ ਹੈ। ਜਨ ਆਵਨ ਕਾ ਇਹ ਹੈ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਕਹਿੰਦੇ ਇੱਕ ਮਹਾਂਪੁਰਖ ਬੜੀ ਤਪੱਸਿਆ ਕਰ ਰਹੇ ਸੀ, ਭਗਵਾਨ ਪ੍ਰਗਟ ਹੋਏ, ਕਹਿਣ ਲੱਗੇ ਤੁਹਾਡਾ ਸਾਧਨ, ਤੁਹਾਡੀ ਤਪੱਸਿਆ ਮਨਜ਼ੂਰ ਹੈ, ਆਪ ਜੀ ਹੁਣ ਬੈਕੁੰਠ ਧਾਮ ਵਿੱਚ ਚੱਲੋ। ਕਹਿਣ ਲੱਗੇ ਬੈਕੁੰਠ ਧਾਮ ਵਿੱਚ ਜਾਵਾਂਗਾ ਫਿਰ ਕੀ ਹੋਏਗਾ? ਕਹਿਣ ਲੱਗੇ ਜਿੰਨੇ ਤੁਹਾਡੇ 'ਚ ਗੁਣ ਆ ਉਹ ਸਾਰੇ ਮੈਂ ਗ੍ਰਹਿਣ ਕਰ ਲਵਾਂਗਾ। ਕਹਿਣ ਲੱਗੇ ਮਹਾਰਾਜ ਤੁਸੀਂ ਫਿਰ ਗੁਣਾਂ ਦਾ ਕੀ ਕਰੋਗੇ? ਕਹਿੰਦੇ ਮੈਂ ਉਹਨਾਂ ਗੁਣਾਂ ਨੂੰ ਨਾ ਆਪਣੇ ਕੋਲ ਸੰਭਾਲ ਕੇ ਰੱਖਾਂਗਾ। ਕਹਿਣ ਲੱਗੇ ਇੱਥੇ ਕੋਈ ਆਸ਼ਰਮ ਵੀ ਹੈ ਜਿੱਥੇ ਲੰਗੜੇ ਲੂਲੇ ਪਿੰਗਲੇ ਅਪਾਹਜਾਂ ਦੀ ਸੇਵਾ ਹੋਵੇ।
ਬਿਰਧਾਂ ਦੀ ਸੇਵਾ ਹੋਵੇ, ਯਤੀਮਾਂ ਦੀ ਸੇਵਾ ਹੋਵੇ, ਰੋਗੀਆਂ ਦੀ ਸੇਵਾ ਹੋਵੇ, ਦੁਖੀਆਂ ਦੀ ਸੇਵਾ ਹੋਵੇ, ਮਜਲੂਮਾਂ ਦੀ ਸੇਵਾ ਹੋਵੇ, ਔਰ ਕੋਈ ਵਿਦਿਆ ਦਾ ਕੇਂਦਰ, ਕੋਈ ਸਾਹਿਤ ਦਾ, ਕੋਈ ਸੰਗੀਤ ਦਾ, ਕੋਈ ਹੋਰ ਵਿਗਿਆਨ ਦਾ, ਕਲਾ ਦਾ ਪ੍ਰਦਰਸ਼ਨ ਹੋਵੇ। ਕਹਿੰਦੇ ਤਾਂ ਬੈਕੁੰਠ ਧਾਮ ਆ, ਇੱਥੇ ਤਾਂ ਸੁੰਨ ਮੰਡਲ ਹੈ, ਇਹ ਕੋਈ ਸੰਤ ਧਾਮ, ਸੰਤ ਆਸ਼ਰਮ ਨਹੀਂ ਜਿੱਥੇ ਚੀਜ਼ਾਂ ਹੋਣ। ਉਹ ਸੰਤ ਕਹਿੰਦੇ ਮੈਂ ਨਹੀਂ ਫਿਰ ਇੱਥੇ ਰਹਿੰਦਾ। ਕਹਿੰਦੇ ਫਿਰ ਤੁਸੀਂ ਮੇਰੇ ਆਸ਼ਰਮ ਵਿੱਚ ਸੰਸਾਰ 'ਤੇ ਆ ਜਾਓ। ਕਹਿਣ ਲੱਗੇ ਤੁਸੀਂ ਭਗਵਾਨ ਮੇਰੇ ਆਸ਼ਰਮ 'ਚ ਆ ਕੇ ਕੀ ਕਰੋਗੇ? ਕਹਿਣ ਲੱਗੇ ਮੈਂ ਤੁਹਾਡੇ ਸਾਰੇ ਗੁਣ ਲਵਾਂਗਾ। ਕਹਿੰਦੇ ਭਗਵਾਨ ਤੁਸੀਂ ਸਾਡੇ ਆਸ਼ਰਮ 'ਚ ਆਓ। ਭਗਵਾਨ ਕਹਿੰਦੇ ਤੁਸੀਂ ਕੀ ਕਰੋਗੇ? ਕਹਿੰਦੇ ਮੈਂ ਤੁਹਾਤੋਂ ਸਾਰੇ ਗੁਣ ਲੈ ਕੇ ਸੰਸਾਰ ਵਿੱਚ ਵੰਡਾਂਗਾ। ਤੋ ਮਹਾਂਪੁਰਖਾਂ ਦਾ ਕੰਮ ਹੁੰਦਾ ਸੰਸਾਰ ਵਿੱਚ ਸ਼ੁਭ ਗੁਣਾਂ ਨੂੰ ਵੰਡਣਾ, ਸ਼ੁਭ ਗੁਣਾਂ ਦਾ ਫੈਲਾਓ ਕਰਨਾ। ਜਿਵੇਂ ਇੱਕ ਮਾਲੀ ਫੁਲਵਾੜੀ ਲਾਉਂਦਾ ਹੈ, ਭਾਵੇਂ ਉਹ ਫੁਲਵਾੜੀ ਦਾ ਮਾਲਕ ਕੋਈ ਹੋਰ ਹੋਵੇ, ਪਰ ਉਹ ਸਾਰੇ ਮੰਡਲ ਨੂੰ ਸੁਗੰਧੀ ਨਾਲ ਭਰਪੂਰ ਕਰ ਦਿੰਦਾ। ਕਿੰਨੇ ਭੌਰੇ ਲਾਭ ਲੈਂਦੇ ਆ, ਸ਼ਹਿਦ ਦੀਆਂ ਮੱਖੀਆਂ ਸ਼ਹਿਦ ਬਣਾਉਂਦੀਆਂ। ਇਸੇ ਤਰ੍ਹਾਂ ਮਹਾਂਪੁਰਖ ਜਿੱਥੇ ਜਾਂਦਾ ਹੈ ਉਹ ਸ਼ੁਭ ਗੁਣਾਂ ਦਾ ਫੈਲਾਓ ਕਰਦਾ ਹੈ। ਕੁਝ ਸਮਾਂ ਪਹਿਲਾਂ ਇਹ ਜਵੱਦੀ ਪਿੰਡ ਸੀ। ਅੱਜ ਸਾਰੇ ਵਿਸ਼ਵ ਵਿੱਚ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਇਸ ਨਗਰ ਦੇ ਨਾਮ ਨੂੰ ਰੌਸ਼ਨ ਕੀਤਾ। ਮੈਂ ਉਦੋਂ ਵੀ ਜਾਣਦਾ ਜਦੋਂ ਉਹ ਬਲਾਚੌਰ ਦੇ ਇਲਾਕੇ 'ਚ ਸੰਧਵਾ ਤਾਰਾ ਸਿੰਘ ਜੀ, ਇਹਨਾਂ ਨੂੰ ਕਾਫੀ ਭਜਨ ਬਾਣੀ ਨਿਤਨੇਮ ਦਾ ਸ਼ੌਕ ਹੁੰਦਾ ਸੀ ਔਰ ਖਾਣਾ ਪੀਣਾ ਬੜਾ ਸੰਜਮ ਦਾ। ਸਰੀਰ 'ਚ ਕਈ ਰੋਗ ਵੀ ਲੱਗੇ ਰਹੇ, ਪਰ ਮਨ ਦੇ ਵਿੱਚ ਕਿਉਂਕਿ ਪਰਉਪਕਾਰ ਅਸਿਆ ਸੰਤਾ ਵਿਭੂਤਿਆ, ਸੰਤਾਂ ਦੀ ਵਿਭੂਤੀ ਕੀ ਹੈ? ਪਰਉਪਕਾਰ ਕਰਨਾ। ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਲਾਏ। 9 ਪ੍ਰਕਾਰ ਦੀ ਭਗਤੀ ਗਿਣੀ ਹੈ। ਸਰਵਣ ਸਿਮਰਨ ਕੀਰਤਨ, ਪਦ ਸੇਵਾ ਅਰਚਾਨ, ਦਾਸਾ ਸਖਪਨ ਬੰਦਨਾ, ਭਗਤ ਨਿਵੇਦਨ ਜਾਨ। ਪਹਿਲਾ ਹੈ ਸਰਵਣ, ਸ਼ੁੱਧ ਸਰਵਣ ਸਰੋਤ ਹੋਣੀ। ਦੂਜਾ ਸਿਮਰਨਿਆ, ਮਾਲਕ ਦੀ ਯਾਦ। ਤੀਸਰਾ ਨੰਬਰ ਕੀਰਤਨ ਭਗਤੀ ਹੈ। ਕਲਯੁਗ ਦੇ ਅੰਦਰ ਕੀਰਤਨ ਨੂੰ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਇਹ ਸਾਡੇ ਵਿੱਚੋਂ ਜਿਹੜੀਆਂ ਪਰੰਪਰਾਵਾਂ, ਡਮੇਲੀ ਡੇਰਾ ਸੀ, ਦੋਦਰ ਸੀ, ਹੋਰ ਵੀ ਇਸ ਤਰ੍ਹਾਂ ਬੜੇ ਸਥਾਨ ਸਨ ਜਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਯਤੀਮਖਾਨਾ ਖੋਲ੍ਹਿਆ ਸੀ। ਉੱਥੇ ਵੀ ਇਹ ਦਾਤਾਂ ਲੋਪ ਹੁੰਦਾ ਜਾ ਰਿਹਾ ਸੀ। ਜਿਹੜਾ ਰਾਗਾਂ ਦਾ ਨਿਰਧਾਰਤ ਕੀਰਤਨ ਸੀ, ਜਿਹੜੇ ਰਾਗਾਂ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਰਾਗ ਨਾਦ ਸਭ ਸੱਚ ਹੈ, ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਆਮ ਕਈ ਸੰਪਰਦਾਵਾਂ 'ਚ ਅਨਹਦ ਨਾਦ ਬਾਰੇ ਬਚਨ ਚੱਲਦੇ ਆ, ਉਹਦੀ ਧੁਨੀ ਸੁਣੀ ਜਾਂਦੀ ਹੈ। ਸੋ ਇਸ ਵਾਸਤੇ ਜਿਹੜਾ ਅਨਹਦ ਰਾਗ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਹ ਅਨਹਦ ਬਾਣੀ ਪੂੰਜੀ ਸਤਿਗੁਰ ਹੱਥ ਰਾਖੀ ਪੂੰਜੀ।
ਇੱਕ ਤਾਂ ਆਹਤ ਸ਼ਬਦ ਹੈ ਜਿਹੜਾ ਚੋਟ ਤੋਂ ਪੈਦਾ ਹੁੰਦਾ, ਜਿਵੇਂ ਘੜਿਆਲ 'ਤੇ ਥੋੜਾ ਮਾਰਦੇ ਹਾਂ। ਸਾਰੰਗੀ ਦੇ ਗਾਜ ਹੈ, ਬਾਜੇ ਦੀਆਂ ਸਰਗਮਾਂ 'ਤੇ ਉਂਗਲ, ਪੱਖਾ ਜਾਂ ਹੋਰ ਸਾਜ਼ ਜਾਣ ਲਓ, ਸ਼ੰਖ 'ਚ ਫੂਕ ਮਾਰਦੇ ਹਾਂ। ਮਿਜਰਾਬ ਦੁਆਰਾ ਆਹਤ ਅਨਾਹਤ ਜਿਹੜਾ ਇੱਕ ਰਸ, ਜਿਹੜੀ ਧੁਨੀ ਸੁਤੇ ਸਿੱਧ ਹੋ ਰਹੀ ਹੈ, ਕਿਉਂਕਿ ਇੱਕ ਸ਼ਬਦ ਹੁੰਦਾ ਵਰਨ ਆਤਮਕ, ਜਿਹੜਾ ਅੱਖਰਾਂ ਨਾਲ ਬੋਲ ਕੇ ਦੱਸਿਆ ਜਾਏ। ਇੱਕ ਧੁਨ ਹੈ, ਜਿਵੇਂ ਘੜਿਆਲ 'ਤੇ ਥੋੜਾ ਮਾਰਿਆ, ਬਾਅਦ ਵਿੱਚ ਇੱਕ ਧੁਨ ਪੈਦਾ ਹੁੰਦੀ। ਇਸ ਤਰ੍ਹਾਂ ਜਦੋਂ ਅਸੀਂ ਸਿਮਰਨ ਕਰਦੇ ਹਾਂ, ਸ਼ਬਦ ਨਾਲ ਜੁੜਦੇ ਹਾਂ, ਇੱਕ ਧੁਨ ਪੈਦਾ ਹੁੰਦੀ। ਧੁਨ ਜਿਹੜੀ ਧਿਆਨ ਨੂੰ ਪੈਦਾ ਕਰਦੀ। ਜਦੋਂ ਇਕਾਗਰਤਾ ਆ ਜਾਏ, ਹਿਰਦਾ ਸ਼ੁੱਧ ਹੋਵੇ, ਤੇ ਪਰਮਾਤਮਾ ਵੀ ਸਾਖਿਆਤ ਹੋ ਜਾਂਦੇ ਹਨ। ਇਹਦੇ ਵਾਸਤੇ ਅਭਿਆਸ, ਮਿਹਨਤ ਕਰਨੀ ਪੈਂਦੀ। ਸੋ ਸੰਤ ਬਾਬਾ ਸੁੱਚਾ ਸਿੰਘ ਜੀ, ਉਹਨਾਂ ਦਾ ਨਾਮ ਵੀ ਸੁੱਚਾ ਸੀ, ਹੈ ਵੀ ਸੁੱਚੇ ਮੋਤੀ ਸਨ। ਸੁੱਚੇ ਮੋਤੀ ਸੀ। ਮੋਤੀ ਦਾ ਵੀ ਹੈ, ਉਹਦੀ ਕੀਮਤ ਵੀ ਬੜੀ ਹੁੰਦੀ। ਇੱਕ ਅੱਖਾਂ ਤੋਂ ਮਣਾਖਾ ਸੀ। ਪੁੱਛਿਆ ਵੀ ਇੱਧਰ ਕੌਣ ਗਏ ਹਨ? ਕਹਿਣ ਲੱਗੇ ਜੀ ਇੱਧਰ ਬਾਦਸ਼ਾਹ ਗਿਆ। ਇੱਧਰ ਕੌਣ ਗਿਆ? ਵਜ਼ੀਰ ਸਾਹਿਬ ਗਏ। ਕੋਤਵਾਲ ਗਿਆ। ਉਹ ਬੜੇ ਹੈਰਾਨ ਹੋਏ ਵੀ ਅੱਖਾਂ ਮਣਾਖਾ ਪ੍ਰਗਿਆ ਚਕਸ਼ੂ ਹੈ, ਇਹਨੂੰ ਕਿਵੇਂ ਪਤਾ? ਜਿਲੇ ਪੁੱਛਿਆ, ਕਹਿੰਦੇ ਫਿਰ ਥਾਣੇਦਾਰ ਲੋਕਾਂ ਦੀ ਬੋਲੀ ਤੋਂ ਪਤਾ ਲੱਗ ਜਾਂਦਾ, ਵਜ਼ੀਰਾਂ ਦਾ ਵੀ ਤੋਰ ਬੋਲ, ਵੱਡੇ ਜਿਹੜੇ ਸ਼ਹਿਨਸ਼ਾਹ ਲੋਕ, ਕਹਿੰਦੇ ਵੀ ਤਾਂ ਬੜਾ ਗੁਣੀਆ ਬੰਦਾ। ਇਹਨੂੰ ਪੁੱਛੀਏ ਵੀ ਆਪਣੇ ਆ ਜਿਹੜੀ ਘੋੜੀ ਹੈ, ਇਹ ਸਹੀ ਹੈ, ਨਸਲ ਦੀ ਹੈ, ਕਿੰਨੀ ਕੀਮਤ ਹੈ? ਕਹਿੰਦੇ ਜੀ ਘੋੜੀ ਤਾਂ ਬਹੁਤ ਵਧੀਆ, ਪਰ ਇਹਦਾ ਪੂਰਾ ਮੁੱਲ ਨਹੀਂ ਹੈ। ਕਹਿੰਦੇ ਉਹ ਕਿਵੇਂ? ਕਹਿੰਦੇ ਜੋੜੇ ਪੈਦਾ ਹੋਏ ਆ, ਇਸ ਕਰਕੇ ਇੱਕ ਪਾਸਿਓਂ ਇਹਦੀ ਪਿੱਠ ਚਪਟੀ ਹੈ, ਨਸਲ ਬਹੁਤ ਵਧੀਆ, ਪਰ ਆਹ ਕਮੀ ਹੈ। ਕਹਿੰਦੇ ਜੀ ਇਹ ਮੋਤੀ, ਕਹਿੰਦੇ ਮੋਤੀ ਤਾਂ ਬਹੁਤ ਵਧੀਆ, ਪਰ ਇਹਦਾ ਮੁੱਲ ਵੀ ਪੂਰਾ ਨਹੀਂ ਪਏਗਾ। ਕਹਿੰਦੇ ਕਾਰਨ? ਜਦੋਂ ਕਹਿੰਦੇ ਸੀਪੀ 'ਚ ਮੋਤੀ ਬਣਿਆ, ਹਨੇਰੀ ਆ ਗਈ, ਵਿੱਚ ਘਟਾ ਪੈ ਗਿਆ ਸੀ। ਉਹਨੇ ਜਦੋਂ ਦੇਖਿਆ ਦੇ ਵਿੱਚ ਘਟਾ ਸੀ। ਰਾਜਾ ਕਹਿਣ ਲੱਗਾ ਕਮਾਲ ਦੀ ਗੱਲ ਹੈ, ਕੈਸਾ ਬੰਦਾ ਹੈ? ਕਹਿੰਦੇ ਫਿਰ ਮੈਨੂੰ ਦੱਸੋ, ਮੈਂ ਆਪਣੇ ਪਿਤਾ ਦਾ ਪੁੱਤਰ ਹਾਂ। ਕਹਿੰਦੇ ਦੱਸ ਤਾਂ ਮੈਂ ਦਿਆਂਗਾ, ਤੁਸੀਂ ਬਾਦਸ਼ਾਹ ਲੋਕ ਹੋ, ਮੈਂ ਗਰੀਬ ਹਾਂ। ਜਿਹੜੇ ਪਹਿਲਾਂ ਦੱਸਿਆ, ਕਹਿੰਦੇ ਇਹਨੂੰ ਪਾਈਆ ਦੁੱਧ ਲਾ ਦਿਓ, ਦੋਈ ਵਾਰੀ ਇਹਨੂੰ ਹਾਂਜੀ ਇੰਨਾ ਇਹਨੂੰ ਕੜਾਹ ਪ੍ਰਸ਼ਾਦ ਦੇ ਦਿਓ, 30 ਵਾਰੀ ਇੰਨਾ ਦੇ ਦਿਓ। ਹੁਣ ਕਹਿਣ ਲੱਗਾ ਵੀ ਮੈਂ ਆਪਣੇ ਪਿਓ ਦਾ ਪੁੱਤਰ ਹਾਂ। ਕਹਿੰਦੇ ਮਹਾਰਾਜ ਇਹ ਗੱਲ ਬੜੀ ਔਖੀ ਹੈ, ਤੁਸੀਂ ਬਾਦਸ਼ਾਹ ਮੈਨੂੰ ਫਾਹੇ ਲਟਕਾ ਦਿਓਗੇ? ਕਹਿੰਦੇ ਨਹੀਂ, ਮੁਆਫ, ਸੱਚ ਦੱਸ। ਕਹਿੰਦੇ ਤੂੰ ਬਾਦਸ਼ਾਹ ਦਾ ਪੁੱਤ ਨਹੀਂ, ਤੂੰ ਬਾਣੀਆਂ ਦਾ ਪੁੱਤ ਹੈ। ਸਾਰੇ ਬੜੇ ਹੈਰਾਨ ਪਏ, ਦੇਖੋ ਇਹਨੂੰ ਆਪਣੀ ਮੌਤ ਦੀ। ਉਹ ਕਿਵੇਂ? ਕਹਿੰਦੇ ਪਹਿਲਾਂ ਮੈਂ ਤੈਨੂੰ ਦੱਸਿਆ ਪਾਈਆ ਦੁੱਧ ਲਾ ਦਿਓ, ਦੂਜੀ ਵਾਰੀ ਪਾਈਆ ਦਿਓ, ਤੀਜੀ ਵਾਰੀ ਜੇ ਤੂੰ ਬਾਦਸ਼ਾਹ ਪੁੱਤ ਹੁੰਦਾ, ਮੈਨੂੰ ਕੋਈ ਜਗੀਰ ਦਿੰਦਾ, ਕੋਈ ਵੱਡਾ ਇਨਾਮ ਦਿੰਦਾ। ਇਸ ਕਰਕੇ ਦੇਖੋ ਨੇਤਰ ਨਹੀਂ, ਪਰ ਪ੍ਰਗਿਆ ਚਕਸ਼ੂ ਸੀ। ਮਾਰਨ ਨੇ ਕਹਿਣਾ ਅੰਧੇ ਇਹ ਨਾ ਆਖੀਆਂ, ਜਿਨ ਮੁਖ ਲੋਣ ਨਾ ਹੈ, ਅੰਧੇ ਸਹੀ ਨਾਨਕਾ ਖਸਮੂ ਕੁੱਥੇ ਜਾਏ। ਅੱਜ ਕਿਹੜੇ ਕਿਹੜੇ ਵਿਦਵਾਨ ਬੈਠੇ, ਸਾਡੇ ਕੀਰਤਨੀਆਂ ਬੈਠੇ, ਗਿਆਨੀ ਬੈਠੇ। ਸੰਤ ਸੁੱਚਾ ਸਿੰਘ ਜਦੋਂ ਪਹਿਲਾਂ ਸਮਾਗਮ ਕਰਾਇਆ, ਕਿਉਂਕਿ ਮੇਰਾ ਪਹਿਲਾਂ ਵੀ ਉਹਨਾਂ ਦਾ ਪਿਆਰ ਸੀ, ਅਤੇ ਬੜੇ ਸਾਧੂ ਇਕੱਠੇ ਹੋਏ। ਕਹਿੰਦੇ ਬਾਬਾ ਜੀ ਤੁਸੀਂ ਇਹ ਕੰਮ ਕਿਵੇਂ ਕਰਦੇ ਆ? ਕਹਿੰਦੇ ਐਂ ਵੀ ਮੈਨੂੰ 2 ਇੰਜਣ ਲੱਗੇ ਹੋਏ ਆ। ਇੱਕ ਗੱਡੀ ਹੁੰਦੀ ਨਾ, ਜੇ ਉੱਧਰ ਜਾਣਾ ਤਾਂ ਉੱਧਰਲਾ ਇੰਜਣ ਚਲਾ ਦੇਣਾ, ਉੱਧਰ ਜਾਣਾ ਉੱਧਰਲਾ ਇੰਜਣ ਚਲਾ ਦੇਣਾ। ਪਰ ਮਤਲਬ ਉਹਨਾਂ ਦੀ ਜਿਹੜੀ ਦਿਮਾਗੀ ਕਲਾ ਸੀ, ਸਾਇੰਸਦਾਨ ਕਹਿੰਦੇ ਆਮ ਬੰਦਾ 5% ਦਿਮਾਗ ਤੋਂ ਕੰਮ ਲੈਂਦਾ, ਬਿਰਲੇ ਆ ਜਿਹੜਾ ਪੂਰਾ ਕੰਮ ਲੈਂਦੇ ਆ। ਪਰ ਜਿਨ੍ਹਾਂ 'ਤੇ ਮਹਾਰਾਜ ਦੀ ਮਿਹਰ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਉਹ ਫਿਰ ਆਪਣੇ ਦਿਮਾਗ ਨੂੰ ਸਮਾਜ ਦੀ, ਸੰਗਤ ਦੀ ਸੇਵਾ ਵਾਸਤੇ, ਪੰਥ ਦੀ ਸੇਵਾ ਵਾਸਤੇ ਵਰਤਦੇ ਆ। ਸੰਤ ਬਾਬਾ ਸੁੱਚਾ ਸਿੰਘ ਜੀ ਨੇ ਸਰੀਰ 'ਤੇ ਕਸ਼ਟ ਵੀ ਬੜਾ ਰਿਹਾ, ਪਰ ਬੜੇ ਮਿਹਨਤੀ ਸੀ, ਮਸ਼ੱਕਤੀ ਸਨ।
ਉਹਨਾਂ ਨੇ ਦੁੱਖਾਂ ਤਕਲੀਫਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਜਿਹੜੇ ਕੰਮ ਨੂੰ ਆਰੰਭਿਆ ਸੀ ਬੜੇ ਉਦਮੀ ਪ੍ਰਸ਼ਾਰਥੀ ਸਨ। ਸ਼ਾਸਤਰ ਕਹਿੰਦੇ ਹਨ, ਉਦਮੇਨ ਹੀ ਸਿੰਧ ਧਰਤੀ ਕਾਰ ਜਾਣੀ ਨਾ ਮਨੋਰਥਈ, ਸੁਪਤ ਸੇ ਸਿੰਘ ਸੇ ਨ ਮੁਖੇ ਪਰਵ ਸੰਤੀ ਮਰੇਗਾ। ਕਹਿੰਦੇ ਉਦਮ ਤੋਂ ਬਿਨਾਂ ਕੋਈ ਕਾਰਜ ਸਿੱਧ ਨਹੀਂ ਹੁੰਦਾ। ਦੁਨੀਆ ਦੇ ਸਾਰੇ ਕਾਰਜ ਉਦਮ ਪ੍ਰਸ਼ਾਰਥ ਨਾਲ ਪ੍ਰਾਰਥਨਾ ਵੀ ਹੋਵੇ, ਪਰਮਾਤਮਾ ਦੀ ਅਸ਼ੀਰਵਾਦ, ਦੋ ਚੀਜ਼ਾਂ ਦੀ ਲੋੜ ਹੈ। ਕਹਿੰਦੇ ਸ਼ੇਰ ਭਾਵੇਂ ਜੰਗਲ ਦਾ ਰਾਜਾ ਹੈ, ਉਹਦੇ ਮੂੰਹ ਜਾਨਵਰ ਹਰਨ ਆਪ ਨਹੀਂ ਪੈਂਦੇ, ਉਹਨੂੰ ਵੀ ਢਿੱਡ ਭਰਨ ਲਈ ਪ੍ਰਸ਼ਾਰਥ ਕਰਨਾ ਪੈਂਦਾ। ਇਸੇ ਤਰ੍ਹਾਂ ਉਹ ਬੜੇ ਪ੍ਰਸ਼ਾਰਥੀ ਸਨ, ਬੜੇ ਉਦਮੀ ਸਨ। ਉਹਨਾਂ ਕੋਲ ਕੋਈ ਜਗੀਰ ਨਹੀਂ ਸੀ, ਕੋਈ ਬੈਂਕ ਬੈਲੈਂਸ ਨਹੀਂ ਸੀ, ਕੋਈ ਜਥੇਬੰਦੀਆਂ ਦਾ ਕੋਈ ਸਹਿਯੋਗ ਨਹੀਂ ਸੀ। ਉਹਨੇ ਇੱਕ ਅਕਾਲ ਦੀ ਓਟ ਲਈ। ਮਾਨੋ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਜਿਸ ਕੈ ਦੀਆ ਰਹਿ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ। ਬਸ ਉਹਨਾਂ ਨੇ ਐਸਾ ਕਾਰਜ ਆਰੰਭਿਆ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਧੰਨ ਬਾਣੀ ਦਾ ਕੀਰਤਨ, ਇਹ ਬਹੁਤ ਵੱਡਾ ਕਾਫਲਾ ਜੁੜ ਗਿਆ। ਦੇਸਾਂ ਪ੍ਰਦੇਸਾਂ ਵਿੱਚ ਅੱਜ ਇਸ ਸੰਸਥਾ ਦੀਆਂ ਗੱਲਾਂ ਹੋ ਰਹੀਆਂ, ਲਿਟਰੇਚਰ ਛਾਪਣਾ, ਯੂਨੀਵਰਸਿਟੀਆਂ ਨਾਲ ਲਿੰਕ ਜੋੜਨੇ, ਔਰ ਫਿਰ ਸੀਡੀਆਂ ਦੁਆਰਾ, ਟੇਪਾਂ ਦੁਆਰਾ, ਔਰ ਜਿਹੜੇ ਰਾਗੀਆਂ ਦੇ ਦਿਲ ਬੁੱਝ ਚੁੱਕੇ ਸੀ, ਕੋਈ ਸਤਿਕਾਰ ਨਹੀਂ ਸੀ ਕਰਦਾ, ਆਸਾ ਦੀਆਂ 12 ਲਾਉਣੀਆਂ ਰਾਗੀਆਂ ਨੇ ਛੱਡ ਦਿੱਤੀਆਂ ਵੀ ਕਿਹੜਾ ਹੁਣ 1.5 ਘੰਟਾ ਕਰੇ, ਦੇਣਾ ਤਾਂ ਕਿਸੇ ਨੂੰ ਕੁਛ ਹੈ ਨਹੀਂ, ਵੀ 2 ਸ਼ਬਦ ਕੱਢ ਲਓ, ਫਿਲਮੀ ਟੂਨਾ ਨਾ ਬੱਚੇ ਦਾ ਪਾਲਣਾ ਹੀ ਹੈ। ਪਰ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਦਿਲ ਖੋਲ੍ਹ ਕੇ ਇਹਨਾਂ ਵਿਦਵਾਨਾਂ ਦਾ ਤਨੋ ਮਨੋ ਤੁਹਾਨੂੰ ਸਤਿਕਾਰ ਕੀਤਾ ਹਰ ਪੱਖ ਤੋਂ, ਔਰ ਉਹਨਾਂ ਨੂੰ ਫਿਰ ਸਾਧ ਸੰਗਤ ਜੀ ਖੜੇ ਕੀਤਾ ਵੀ ਆਓ ਆਪਾਂ ਗੁਰੂ ਨਾਨਕ ਪਾਤਸ਼ਾਹ ਮਰਦਾਨਾ ਜੀ ਦੇ ਕਿਰਪਾ ਕੀਤੀ, ਰਬਾਬ ਦੀ ਬਖਸ਼ਿਸ਼, ਰੱਬੇ ਆਪ ਰੱਬ ਦੇ ਨਾਂ ਦੀ ਤਰਾਵਟ ਵਾਲਾ ਸਾਜ, ਇੱਕ ਵਾਰੀ ਧੁਨ ਛੇੜੀਏ, ਗੁਰੂ ਮਹਾਰਾਜ ਕਿਰਪਾ ਕਰਨਗੇ। ਅੱਜ ਮਹਾਰਾਜ ਦੀ ਕਿਰਪਾ ਦੇ ਨਾਲ ਇਸ ਪਿੰਡ ਦੇ ਨਾਲ ਟਕਸਾਲ ਸ਼ਬਦ ਜੁੜ ਗਿਆ। ਟਕਾ ਨਾਮ ਪੈਸੇ ਦਾ ਨਾ, ਪੁਰਾਣੇ ਜ਼ਮਾਨੇ 'ਚ ਚਾਂਦੀ ਦੇ ਰੁਪਈਏ ਹੁੰਦੇ ਸੀ, ਸੋਨੇ ਦੀਆਂ ਮੋਹਰਾਂ, ਤਾਂਬੇ ਦੇ ਪੈਸੇ। ਹੁਣ ਤਾਂ ਭੁੱਖ ਦੇ ਮਰਦੇ ਕਾਗਜ਼ ਹੀ ਹੈ ਨਾ ਕੋ। ਅੱਜ ਰਾਜ ਚੱਲ ਜਾਏ ਤੇ ਕਾਗਜ਼ ਇਹ ਚਾਹ ਬਣਾਉਣ ਦੇ ਵੀ ਕੰਮ ਨਹੀਂ ਹੋਣੇ। ਪਰ ਉਹ ਲੋਕ ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਏ, ਤਾਂਬੇ ਦੇ ਸਿੱਕੇ ਇਹ ਵੀ ਕੰਮ ਆ ਜਾਂਦੇ ਸੀ। ਸਰਕਾਰ ਰਹੇ ਨਾ ਰਹੇ, ਭੁੱਖ ਮਿਟਾ ਲੈਂਦੇ ਸੀ ਲੋਕ। ਹੁਣ ਭੁੱਖੜ ਲੋਕਾਂ ਕੋਲ ਹੈ ਕਿਆ? ਸੋ ਇਸ ਵਾਸਤੇ ਸਾਧ ਸੰਗਤ ਜੀ, ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਮਹਾਂਪੁਰਖਾਂ ਦੇ ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ ਬੜੀ ਮਿਹਨਤ ਔਰ ਮੁਸ਼ੱਕਤ ਦੇ ਨਾਲ ਕੀਰਤਨ ਕੀਤੇ। ਇੱਕ ਵਾਰੀ ਕਹਿਣ ਲੱਗੇ, ਆਓ ਬਾਬਾ ਜੀ ਅੱਜ ਕੀਰਤਨ ਰਾਗਾਂ ਦਾ ਲੈ। ਅਤੇ ਉਸ ਵੇਲੇ ਆਪਣੇ ਭਾਈ ਗੁਰਚਰਨ ਸਿੰਘ ਸੈਦਪੁਰ ਦਿੱਲੀ ਵਾਲੇ ਉਹ ਕਰ ਰਹੇ ਸੀ, ਅਤੇ ਬੜਾ ਜੀ ਆਨੰਦ, ਸੰਗਤਾਂ ਦਾ ਵੀ ਕੋਈ ਅਲੌਕਿਕ ਹੀ ਇਕੱਠ ਹੋਇਆ ਸੀ। ਪਹਿਲੇ ਸਮਾਗਮਾਂ 'ਚ ਰਾਹ ਟੁੱਟੇ ਆਉਂਦੇ ਸੀ। ਅਤੇ ਕਹਿਣ ਲੱਗੇ, ਮੈਂ ਕਿਹਾ ਗੁਰਚਰਨ ਸਿੰਘ ਜੀ ਅੱਜ ਤੁਸੀਂ 80 ਸਾਲ ਪੁਰਾਣੀ ਰੀਤ ਸੁਣਾਈ ਹੈ। ਬੜੇ ਹੱਸੇ, ਕਹਿੰਦੇ ਮਹਾਰਾਜ ਫੇਰ ਵੀ ਕੋਈ ਪਾਰਖ ਹੀ ਦੱਸ ਸਕਦਾ ਵੀ ਨਹੀਂ ਤਾਂ ਆਮ ਬੰਦੇ ਸਰੋਤੇ ਸੁਣਦੇ ਆ ਚਲੇ ਜਾਂਦੇ ਆ। ਸੋ ਇਸ ਕਰਕੇ ਸੰਤ ਮਹਾਂਪੁਰਸ਼ਾਂ ਨੇ ਇਹ ਐਸਾ ਬੂਟਾ ਲਾ ਦਿੱਤਾ, ਇਹ ਵੱਧਦਾ ਹੈ, ਫੁੱਲਦਾ ਹੈ, ਫੈਲਦਾ ਹੈ। ਸੋ ਗਾਹਾਂ ਕਿਸੇ ਸੰਤ ਦੀ ਤਪੱਸਿਆ ਦਾ ਉਦੋਂ ਪਤਾ ਲੱਗਦਾ ਕਿ ਉਹ ਤੋਂ ਬਾਅਦ ਕੀ ਹੋਇਆ। ਕਈਆਂ ਦੀ ਆਪਣੀ ਪੁੱਛ ਤਾਂ ਬੜੀ ਸੋਹਣੀ ਚੱਲਦੀ ਹੈ, ਪਹਿਲਾਂ ਸਤੋਗੁਣ ਹੁੰਦਾ, ਫਿਰ ਰਜੋਗੁਣੀ, ਫਿਰ ਤਮੋਗੁਣ ਜਿਹਾ ਆ ਜਾਂਦਾ। ਪਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸੰਤ ਅਮੀਰ ਸਿੰਘ ਜੀ, ਇਹਨਾਂ ਦਾ ਵੀ ਬੜਾ ਅਮੀਰ ਵਿਰਸਾ ਹੈ, ਔਰ ਬੜੀ ਪ੍ਰਸੰਨਤਾ ਹੁੰਦੀ ਹੈ ਕਿ ਇਹਨਾਂ ਨੇ ਇਸ ਅਸਥਾਨ ਨੂੰ 4 ਚੰਨ ਲਾਏ ਚੜ੍ਹਦੀਆਂ ਕਲਾ ਵਿੱਚ, ਔਰ ਦਿਨ ਦੂਣੀ ਰਾਤ ਚੌਗਣੀ ਤਰੱਕੀ 'ਤੇ ਜਾ ਰਿਹਾ। ਔਰ ਇਸ ਟਕਸਾਲ ਦੀਆਂ ਹੋਰ ਵੀ ਕਈ ਜਗ੍ਹਾ ਬਰਾਂਚਾਂ ਖੋਲ੍ਹੀਆਂ। ਅੱਜ ਹੁਣ ਦੇਖਿਆ ਜਾਏ ਸਾਨੂੰ ਵੀ ਵਿਦਿਆਰਥੀ ਮਿਲਦੇ ਹੈ, ਕਿਉਂ ਸਾਡੀ ਲਾਈਨ ਇਹੀ ਹੈ ਸਾਹਿਤਕ ਪੱਖ ਦੀ। ਇੱਧਰ ਸੰਗੀਤ ਗਿਆ, ਕਿੱਥੋਂ ਕਾਕਾ ਸਿੱਖੇ ਹੈ? ਜੋਦੀ ਟਕਸਾਲ। ਕਿ ਸਾਡੇ ਕੋਲ ਬਾਬਾ ਜੀ ਉੱਥੇ ਅਸੀਂ
ਭਰਤੀ ਹੋਣਾ ਚਾਹੁੰਦੇ, ਮੈਂ ਕੋਈ ਗੱਲ ਨਹੀਂ, ਮਨ ਬਣਾਓ ਪਹਿਲਾਂ। ਕਿਉਂਕਿ ਸੰਤ ਬਾਬਾ ਸਰਵਣ ਡਮੇਲੀ ਵਾਲੇ ਇੱਕ ਵਾਰੀ ਮੈਂ ਸੁਨੇਹਾ ਲੈ ਕੇ ਪੰਡਤ ਇੰਦਰ ਸਿੰਘ ਜੀ ਦਾ ਗਿਆ, ਅਤੇ ਬੰਤਾ ਸਿੰਘ ਜੋੜੀ ਵਜਾ ਰਹੇ ਸੀ ਅਤੇ ਬਾਬਾ ਜੀ ਵਾਇਲਨ। ਉਹ 3 ਘੰਟੇ ਮੈਂ ਕਿਹਾ ਬਾਬਾ ਜੀ ਮੈਂ ਮੁੜ ਕੇ ਜਾਣਾ। ਇੰਨਾ ਰਿਆਜ਼ ਮਿਹਨਤ, ਇੱਟਾਂ ਦੇ ਉੱਤੇ ਵਜਾਉਣਾ, ਉਂਗਲੀਆਂ ਫਟ ਜਾਂਦੀਆਂ ਸੀ। ਅੱਜ ਅਸੀਂ ਮਿਹਨਤ ਕਰਕੇ ਰਾਜੀ ਨਹੀਂ, ਪਰ ਇਹ ਰਿਆਜ਼ ਜ਼ਿਲ੍ਹੇ ਕਰਨਾ। ਇੱਥੇ ਮੋਬਾਈਲ ਨਹੀਂ ਰੱਖਣ ਦਿੱਤਾ ਜਾਂਦਾ, ਬਾਜ਼ਾਰਾਂ 'ਚ ਨਹੀਂ ਘੁੰਮਣ ਦਿੱਤਾ ਜਾਂਦਾ, ਫੈਸ਼ਨ ਪ੍ਰਸਤੀ ਨਹੀਂ। ਕਿੰਨੀ ਮਿਹਨਤ ਦੇ ਨਾਲ ਫਿਰ ਆਪਾਂ, ਕਿਉਂਕਿ ਜਿੰਨਾ 'ਚ ਸੁਰ ਤਾਲ ਸਾਜ਼ ਮਨ ਦੀ ਵੀ ਸੁਰ ਤਾਲ ਨਹੀਂ ਬਣਾਉਂਦੇ, ਉਹਨਾਂ ਚਿਰ ਕੀਰਤਨ ਅੰਦਰ ਨਹੀਂ ਜਾਂਦਾ। ਇਸ ਕਰਕੇ ਸਾਧ ਸੰਗਤ ਜੀ, ਬੜੀ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਅੱਜ ਅਸੀਂ ਉਸ ਮਹਾਂਪੁਰਖ ਦੀ ਯਾਦ ਵਿੱਚ ਬੈਠੇ ਹਾਂ ਕਿ ਲੁਧਿਆਣਾ ਸ਼ਹਿਰ ਫੈਕਟਰੀਆਂ ਬਹੁਤ ਹੈ, ਹੋਰ ਸੰਸਥਾਵਾਂ ਬੜੀਆਂ ਹਨ, ਬੜੇ ਅਮੀਰ ਬੈਠੇ ਹੈ, ਪਰ ਸਾਧ ਸੰਗਤ ਜੀ ਉਹ ਆਪੋ ਆਪਣੇ ਢੰਗ ਨਾਲ ਉਹਨਾਂ ਦੀ ਚਰਚਾ ਹੁੰਦੀ ਹੋਏਗੀ। ਪਰ ਅੱਜ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਆਹ ਜਿਹੜਾ ਬੂਟਾ ਲਾਇਆ, ਇਹ ਗੁਰਬਾਣੀ ਦੇ ਕੀਰਤਨ ਦਾ, ਇਹਦੇ ਇਹ ਨਾ ਸੁੱਕਣ ਵਾਲਾ ਨਾ ਸੜਨ ਵਾਲਾ, ਇਹ ਸਦਾ ਹੀ ਖੁਸ਼ਬੂ ਦੇਣ ਵਾਲਾ ਹੈ। ਕਿਉਂਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪਿਆ ਲਾਏ ਧਿਆਨਾ। ਕਹਿੰਦੇ ਆਪਣੇ ਨਾਰਦ ਜਾ ਰਿਹਾ ਸੀ, ਬਿਧ ਮਾਤਾ ਨੇ 2 ਬੱਚੇ ਐਂ ਗੋਡਿਆਂ 'ਤੇ ਲਟਾਏ ਹੋਏ, ਬੜੇ ਸੁੱਕੇ ਸੜੇ। ਨਾਰਦ ਕਹਿੰਦਾ ਮਾਤਾ ਇਹ ਕੌਣ ਆ? ਕਹਿੰਦੇ ਵੇ ਨਾਰਦਾ ਤੈਨੂੰ ਨਹੀਂ ਪਤਾ? ਕਹਿੰਦੇ ਮਾਤਾ ਤੂੰ ਤਾਂ ਮੇਰਾ ਨਾਮ ਵੀ ਜਾਣਦੀ ਆ। ਕੌਣ ਆ? ਕਹਿੰਦੇ ਇਹ ਗਿਆਨ ਤੇ ਬਰਾਗ ਆ, ਇੱਕ ਗਿਆਨ ਰੂਪੀ ਬਾਲਕ ਆ, ਇੱਕ ਬਰਾਗ ਰੂਪੀ ਹੈ। ਇਹ ਸੁੱਕ ਸੜ ਕਿਉਂ ਗਏ ਪਿੰਜਰ? ਕਹਿੰਦੇ ਇਹਨਾਂ ਨੂੰ ਖੁਰਾਕ ਦਿਓ। ਕਹਿੰਦੇ ਇਹਨਾਂ ਦੀ ਖੁਰਾਕ ਹੈ ਭੋਜਨ ਚੂਰਾ, ਕੀਰਤਨ ਭੋਜਨ ਚੂਰਾ। ਕੀਰਤਨ ਆ ਜਿਹੜੀ ਵਾਇਲਨ ਚੱਕੀ ਫਿਰਦਾ ਵਿਸ਼ਨੂੰ ਕੋ ਵਜਾਉਣਾ, ਇਹਦੇ ਨਾਲ ਫਿਰ ਪੜ੍ਹ ਜਰਾ ਸੋਤਰ ਗਾ, ਵਿਸ਼ਨ ਪਦਾ ਜਿਲੇ ਗਾਇਆ, ਇੱਕਦਮ ਉਹਨਾਂ ਦੇ ਸਰੀਰ ਪ੍ਰਫੁੱਲਤ ਹੋ ਗਏ। ਕੀਰਤਨ ਵਿੱਚ ਇਤਨੀ ਵੱਡੀ ਤਾਕਤ ਹੈ, ਇਤਨੀ ਵੱਡੀ ਸ਼ਕਤੀ ਹੈ। ਇਸ ਕਰਕੇ ਸਤਸੰਗੀਓ, ਮਹਾਂਪੁਰਖਾਂ ਦਾ ਕਿੰਨਾ ਕੁ ਧੰਨਵਾਦ ਕਰੀਏ ਕਿ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਜਿਹੜਾ ਮਾਰਕਾ ਮਾਰਿਆ, ਔਰ ਪੰਥ ਦੀ ਸੇਵਾ ਵਿੱਚ ਉਸ ਵੇਲੇ ਜਦੋਂ ਕਿ ਵਾਤਾਵਰਨ ਇਹੋ ਜਿਹਾ ਸੀ ਕਿ 5 ਵਜੇ ਤੋਂ ਬਾਅਦ ਹਰ ਇੱਕ ਬੰਦਾ ਡਰਦਾ ਸੀ, ਔਰ ਹਰ ਪਾਸੇ ਹਾਹਾਕਾਰ ਮਚੀ ਹੋਈ ਸੀ, ਜ਼ੁਲਮ ਦੀਆਂ ਹਨੇਰੀਆਂ ਝੁੱਲੀਆਂ ਹੋਈਆਂ ਸਨ। ਸੰਤ ਬਾਬਾ ਸੁੱਚਾ ਸਿੰਘ ਨੇ ਉਸ ਹਨੇਰੀ ਵਿੱਚ ਦੀਵਾ ਬਾਲਿਆ। ਇਹ ਕੋਈ ਅੱਤ ਕਥਨੀ ਨਹੀਂ, ਬਿਲਕੁਲ ਸਹੀ ਹੈ। ਕਿਉਂਕਿ ਤਰ੍ਹਾਂ ਕਰਦੀ ਸੀ ਦੁਨੀਆ, ਨੌਜਵਾਨਾਂ 'ਤੇ ਜ਼ੁਲਮ ਹੋ ਰਿਹਾ ਸੀ, ਧੀਆਂ ਭੈਣਾਂ 'ਤੇ ਦਰਬਾਰਾਂ ਦੀ ਬੇਅਦਬੀ ਬੇਹੁਰਮਤੀ ਹੋ ਰਹੀ ਸੀ। ਉਸ ਵੇਲੇ ਉਹਨਾਂ ਨੇ ਬਾਣੀ ਦਾ ਆਸਰਾ, ਗੁਰੂ ਨਾਨਕ ਪਾਤਸ਼ਾਹ ਕਲਗੀਆਂ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈ ਕੇ ਇਹ ਟਕਸਾਲ ਆਰੰਭ ਕੀਤੀ ਕਿ ਸਾਡੇ ਕੋਲ ਇੱਕ ਆਹ ਚੀਜ਼ ਹੈ ਜਿਹਦੇ ਦੁਆਰਾ ਅਸੀਂ ਖੁੱਸੇ ਹੋਏ ਖਜ਼ਾਨੇ ਨੂੰ ਪੈਦਾ ਕਰਾਂਗੇ ਔਰ ਹਰ ਮੁਕਾਬਲੇ ਵਿੱਚ ਕਰਨ ਵਿੱਚ ਸਫਲ ਹੋਵਾਂਗੇ। ਅਤੇ ਬਾਬਾ ਜੀ ਮਹਾਰਾਜ ਜੀ ਦਾ ਕਿੰਨਾ ਕੁ ਧੰਨਵਾਦ ਕਰੀਏ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਬਹੁਤ ਵੱਡੀ ਦੇਣ, ਬਹੁਤ ਵੱਡੀ ਬਖਸ਼ਿਸ਼ ਕਿਰਪਾ ਕੀਤੀ ਹੈ। ਕਿਉਂਕਿ ਉਹਨਾਂ ਦੇ ਜੇ ਸਮੁੱਚੇ ਜੀਵਨ ਵੱਲ ਝਾਤ ਮਾਰੀਏ, ਸਿਮਰਨ ਵੱਲ ਉਹਨਾਂ ਦਾ ਬੜਾ ਹੁੰਦਾ ਸੀ। ਮੂਲ ਮੰਤਰ ਦਾ ਅਭਿਆਸ, ਬਾਣੇ ਦਾ ਵੀ, ਬਾਣੀ ਦਾ ਵੀ, ਅੰਮ੍ਰਿਤ ਦਾ ਵੀ, ਪਾਠ ਦੀ ਸੰਥਾ ਵੀ, ਬਾਣੀ ਦੀ ਕਥਾ ਵੀ, ਸੋਚ ਪਵਿੱਤਰਤਾ ਦਾ ਵੀ। ਗੱਜ ਕੇ ਬੋਲੋ। ਮਤਲਬ ਸਾਰੇ ਪੱਖਾਂ ਨੂੰ ਉਹਨਾਂ ਨੇ ਪਹਿਲ ਲੈਣ ਦੀ ਕੋਸ਼ਿਸ਼ ਕੀਤੀ। ਜਿਹੜੀਆਂ ਚੀਜ਼ਾਂ ਗੁਰਮਤਿ ਅਨੁਸਾਰ ਮਹਾਰਾਜ ਨੇ ਸਾਨੂੰ ਜ਼ਰੂਰੀ ਕਹੀਆਂ ਸੀ, ਕਰੈਤਾਂ ਬਾਰੇ ਵੀ। ਇਸ ਕਰਕੇ ਜੇ ਪੰਥਕ ਸੇਵਾ, ਉਹਦੇ ਵਿੱਚ ਵੀ ਹਰ ਸਟੇਜ 'ਤੇ ਜਾਣਾ, ਪਿਆਰ, ਸ਼ਰਧਾ, ਭਗਤੀ। ਜਿਵੇਂ ਤੁਲਸੀ ਜੀ ਨੇ ਕਿਹਾ, ਤੁਲਸੀ ਇਸ ਸੰਸਾਰ ਮੈਂ 5 ਰਤਨ ਹੈ ਸਾਰ, ਮਿੱਠਾ ਬੋਲਣ, ਨਿਭ ਚੱਲਣ, ਦਇਆ ਦਾਨ ਉਪਕਾਰ। 5 ਚੀਜ਼ਾਂ ਕਹਿੰਦੇ ਸਾਰ ਵਸਤੂਆਂ। ਇੱਕ ਤਾਂ ਮਿੱਠਾ ਬੋਲਣਾ, ਜਿਹੜਾ ਮਿੱਠਾ ਬੋਲਦਾ ਹਰੇਕ ਨੂੰ ਆਪਣਾ ਬਣਾ ਲੈਂਦਾ। ਹੁਣ ਦ੍ਰੋਪਦੀ ਨੇ ਇੰਨੇ ਹੀ ਕਿਹਾ ਸੀ, ਅੰਨੇ ਦਾ ਅੰਨ, ਆ ਮਹਾਂਭਾਰਤ ਦੇ ਜੰਗ ਦਾ ਪਿੜ ਵੱਜ ਗਿਆ। ਕਿਉਂਕਿ ਸਾਇਕ ਬੇਦਾ ਮਿਲ ਹੈ, ਤੀਰ ਬੇਦ ਮਿਲ ਜਾਏ, ਬਾਣੀ ਬੇਦਾ ਨਾ ਮਿਲੇ, ਕਹੂੰ ਤੋਏ ਸਮਝਾਏ। ਵਰਸ਼ੀ ਦੇ ਮਿਲ ਜਾਂਦੇ ਫੱਟ, ਤੀਰਾਂ ਦੇ ਮਿਲ ਜਾਂਦੇ ਆ, ਜਿਹੜਾ ਬੋਲੀ ਹੈ ਨਾ ਇਹ ਚੁੱਭਦੀ ਰਹਿੰਦੀ ਹੈ। ਇਸ ਕਰਕੇ ਮਿੱਠਾ ਬੋਲਣ, ਨਿਭ ਚੱਲਣ, ਨਿਮਨ
निमरता ना चलना। मिठा बोलन निभ चलन, दया दान उपकार, बालक ते बुढ़े ते रोगी दे उत्ते दया करनी, यतीम दे उत्ते। और बालक ये जड़े लोड़ है सहायता देने दी, दया दान लोड़वंद नूं दान देना, पर उपकार करना। आ किन्ने बच्चों नूं रिजक पा गए बाबा जी, विद्या शिक्षा देशों प्रदेशों, कोई दरबार साहब रागी लगा, कोई पटने, कोई हजूर साहब, कित्थों सीखे सी जी? जवद्दी टकसाल तो प्रदेशों में। ये मतलब ऐसी यूनीवर्सिटी वो पैदा कर गए। अज यूनीवर्सिटियां नूं विद्यार्थी भेजने पैंदे, वो इत्थे भेजते हैं गौरमेंट दीयां यूनीवर्सिटियां, संगीत वास्ते, साजां दी ट्रेनिंग वास्ते, रियाज वास्ते। ये महापुरखां ने एडा वड्डा कारज पंथ की सेवा का किया, उन्होंने सदा ही पंथ याद रखता रहेगा। सो इस करके साध संगत जी कहने लई तो बहुत कुछ हुंदा है। महापुरखां का जीवन जिहड़ा हुंदा है खुली किताब वांगू हुंदा है। सो साध संगत जी संत बाबा अमीर सिंह, इन्हां ते भी असीं बड़े खुश हाँ कि इन्हां ने उस तरह ये जिहड़ी सेवा उन्होंने आरंभ की सी, इनू सदा बेग रखिया, कायम रखिया, किसी तरह का फर्क नहीं आउण दिता। महापुरखों का प्यार भी, गुरु ग्रंथ साहिब सच्चे पातशाह सत्कार, बाणी का कथा कीर्तन दे, विद्या के प्रवाह, संथ्या पंथ्या गुरु का लंगर और अस्थानां की चढ़ती कला, सारे पासे देख के मन जड़ा बड़ा खुश होंदा है कि सच्चे पातशाह कहते ना कि दावागन बहुत तृण जाले। अग दावागनी लगी है, अब पढ़ के अखबार देख लो, भांबड़ मच रहे है, कोई हरिओ बूट रहो री, अग लगी पई है। आ हले इलैक्शन आनी है, एक सीट के उत्ते 50-50 दावेदार बन के बैठे है, मैनू मिलनी चाहिए, मैनू मिलनी चाहिए। पर संत मंडल है, महापुरखों की संगत है, जिथे आके मन नूं शांति मिलती है, प्यार मिलता है, शरधा मिलती है, भगती मिलती है, सुकून मिलता है, सड़े तपियां नूं शांति मिलती। महाराज कहते तपत मैं ठंड बरताई, अंध पया दुख नाठे भाई, जन्म मरण के मिटे अंदेसे, साधु कह पूरन उपदेसे। ये महापुरख है जड़े शांति बरताउंदे। इस करके देखो जिते आउंदे हैं, कीर्तन सुन के सुरती टिक जाती, मन टिक जाता। खेड़े विच नानक भगतां सदा बगास, सुनिया दुख पाप का नास। मैं एक बारी आया तो बाबा जी कहते थोड़ा टाइम लगू, मैं कहा जी काले नहीं, तो आना ही थोड़ा जहा कई बारी होंदा, आ जाइए फिर नहीं। तो फिर इशनान पानी किया क्रिया, फिर बड़े खुश होए। फिर पुरातन फोटोआं यादगारां तो पहलियां गल्लां बचपन दियां बड़ियां साझां। फिर कहन लगे अज एक तस्वीर खिचाउणी है। मैं कहा बाबा जी धन गुरु नानक साहब का स्वरूप ही अंदर आ जाए, सारा कुछ बिच आ गया। गुर की मूर्त मन में ध्यान, गुर का शब्द मंत्र मन मान, गुर कै चरण लय धारो, गुर पार ब्रह्म सदा नमस्कारो। मत को परम पुलै संसार, बिन गुर कोई न पुत्र पार। भूलै गुर मार्ग पाया, अवर त्याग हर भगति लाया। जन्म मरण की त्रास मिटाई, गुर पूरे की बेअंत बढ़ाई। ये धन गुरु नानक साहब का खजाना है। हम तनवंत भागत सच नाए, हर गुण गावे सह सुभाए। प्यो दादे का खोल डिठा खजाना, तां मेरा मन भया नदाना। रतन लाल जाका कशु न मोल, भरे भंडार अखूटा तोल। अब है खर्चा रल मिल भाई, टोट न आवे। ये बध रहा कि नहीं? ये महाराज की कृपा, बहुत खुशी है, बड़ा आनंद है, बड़ा खेड़ा है। सो सतगुरु सच्चे पातशाह कृपा करन। ये महापुरखों ने जो ये टकसाल आरंभ की है, विद्यार्थियों ते भी संतवास अमीर सिंह जी, जथेबंदी दे सारे सिंह और नगर दियाँ देश में सारियां सहयोग वालियां संगतां, महाराज सारियां ते मेहर करन। ये जवद्दी टकसाल इस तरह चढ़ती कला दे नाल दिन दूनी रात चौगनी तरक्की करती रहे। सच्चे पातशाह आप अपनी मेहर करन,
ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਤੋਂ ਮਹਾਂਪੁਰਖਾਂ ਦਾ, ਆਏ ਹੋਏ ਸਾਰੇ ਸਾਧੂਆਂ ਦਾ, ਵਿਦਵਾਨਾਂ ਦਾ, ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਗਿਆਨੀ ਸਿੰਘਾਂ ਦਾ, ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜਿਹੜੀ ਤੁਸੀਂ ਮਹਾਂਪੁਰਖਾਂ ਦੀ ਯਾਦ ਆਪਣੇ ਹਿਰਦੇ ਵਿੱਚ ਸਮੋਈ ਬੈਠੇ ਹੈ। ਅਤੇ ਕਿਉਂਕਿ ਬਰ ਸੀ, ਉਹ ਬਰ ਬੜੇ ਸ੍ਰੇਸ਼ਟ ਸੀ। ਬਰਸੀ ਦਾ ਅਰਥ ਹੈ ਬਰ ਸੀ, ਸ੍ਰੇਸ਼ਟ ਸੀ। ਸ੍ਰੇਸ਼ਟ ਪੁਰਖ ਸ਼ਹੀਦਾਂ ਦੇ ਜੋੜ ਮੇਲੇ, ਮਹਾਂਪੁਰਖ ਬਰਸੀਆਂ, ਮਹਾਰਾਜ ਦੇ ਅਵਤਾਰ ਪੁਰਬ, ਗੱਦੀ ਦੇ ਗੁਰੂ ਗ੍ਰੰਥ ਸਾਹਿਬ ਗੁਰਤਾ ਗੱਦੀ, ਮਹਾਰਾਜ ਦੇ ਜੋਤੀ ਜੋਤ ਸਮਾਉਣ ਦੇ, ਔਰ ਮਹਾਰਾਜ ਦੇ ਪ੍ਰਕਾਸ਼ ਪੁਰਬ, ਇਹ ਪੰਥ ਨੂੰ ਮਹਾਰਾਜ ਦਾਤਾਂ ਬਖਸ਼ਿਸ਼ ਕਰ ਗਏ। ਹੁਣ ਦੇਖੋ ਮਹਾਰਾਜ ਦੀ ਕਿਰਪਾ ਆ ਕਾਬਲ ਅਫਗਾਨਿਸਤਾਨ ਸਿੱਖਾਂ ਦਾ ਕਿਵੇਂ ਆ, ਗੁਰੂ ਗ੍ਰੰਥ ਸਾਹਿਬ ਲੈ ਕੇ ਅੱਜ ਦੇਖੋ ਆਉਣ ਨਹੀਂ ਦੇ ਰਹੇ, ਕਿੰਨਾ ਸੰਕਟ ਆ। ਉਹਨਾਂ ਨਿਮਿਤ ਵੀ ਸਾਰੇ ਜਪਜੀ ਸਾਹਿਬ, ਚੌਪਈ ਸਾਹਿਬ ਪੜ੍ਹ ਕੇ ਅਰਦਾਸ ਕਰੀਏ। ਉਹ ਵੀ ਸਾਡਾ ਆਪਣਾ ਭਾਈਚਾਰਾ ਹੈ। ਕੈਸੀਆਂ ਹਾਂਜੀ ਕਿ ਇਹ ਸਾਡਾ ਇਸਲਾਮ ਦੇਸ਼, ਇੱਥੇ ਦੂਆ ਰਹਿ ਨਹੀਂ ਸਕਦਾ। ਜਾਂ ਤਾਂ ਹੁਣ ਸਾਰੇ ਊਠੇ ਹੀ ਰਹਿਣ ਦਿਓ, ਗਊਆਂ ਮੱਝਾਂ ਨਹੀਂ ਚਾਹੀਦੀਆਂ। ਬੰਦਿਆਂ ਦਾ ਤਾਂ ਕਰ ਲਿਆ, ਬਨਸਪਤੀ ਤਰ੍ਹਾਂ ਤਰ੍ਹਾਂ ਦੀ, ਇਹ ਵੀ ਇੱਕ ਤਰ੍ਹਾਂ ਦੀ ਬਣਾ ਲਓ। ਉਹ ਕਹਿੰਦੇ ਵੀ ਕੋਈ ਰਹਿ ਸਕਦੀ, ਕੋਈ ਧਰਮ। ਆ ਮਹਾਰਾਜ ਨੇ 84 ਲੱਖ ਜੂਨਾਂ ਬਣਾਈਆਂ, ਬੰਦਿਆਂ ਦਾ ਦੇ ਕਰੋਗੇ, ਇਹਦਾ ਕਿਵੇਂ ਕਰੋਗੇ? ਕਿ ਰੱਬ ਨੇ ਨਾਨਕ ਪ੍ਰਕਾਰ ਦੀ ਸ੍ਰਿਸ਼ਟੀ ਬਣਾਈ ਹੈ ਸਾਰੀ ਉਸੇ ਦੀ। ਇਹ ਨੇਤਰਹ ਮੇਰਿਓ ਹਰ ਤੁਮੈ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋਗੇ ਨਦਰੀ ਹਰ ਨਿਹਾਲਿਆ। ਇਹ ਬਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਨਦਰੀ ਆਇਆ। ਪਰ ਕਿੱਧਰ ਸੰਸਾਰ ਜੋ ਤੁਰ ਪਿਆ, ਕਹਿੰਦੇ ਅਸੀਂ ਮਾਲਕ ਬਣ ਕੇ ਬਹਿ ਗਏ ਹਾਂ। ਸਗਲੀ ਧਰਤੀ ਸਾਧ ਕੀ ਤਸਕਰ ਬੈਸੈ ਗਾਹੇ। ਇਹ ਤਸਕਰ ਰਾਜੇ ਲੋਕ, ਤਸਕਰ ਜਿਹੜੇ ਧਰਤੀ 'ਤੇ ਕਬਜ਼ਾ ਕਰ ਬਹਿ ਗਏ। ਧਰਤੀ ਤਾਂ ਭਜਨ ਕਰਨ ਵਾਲੇ ਸਾਧੂਆਂ 'ਤੇ ਬਣਾਈ ਹੋਈ ਸੀ ਹੈਂ। ਤੇ ਤਸਕਰ ਜੋ ਨਾਮ ਨਾ ਲੇਵੈ ਬਾਸੈ ਕੋਟ 85। ਇੰਨਾ ਜ਼ੁਲਮ, ਇਤਨਾ ਕੁਝ ਹੋ ਰਿਹਾ, ਕਹਿਰ ਹੋ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪੇ ਹੁਣ ਕਿਰਪਾ ਕਰਨ, ਕਿਤੇ ਇਹਨਾਂ ਲੋਕਾਂ ਨੂੰ ਸੰਭਾਲਣ। ਪੂਰੀ ਅੱਤ ਚੱਕੀ ਹੋਈ ਹੈ ਇਹਨਾਂ ਲੋਕਾਂ ਨੇ। ਕਿਸ ਤਰ੍ਹਾਂ ਦਾ ਵਾਤਾਵਰਨ ਹੈ, ਰਹਿਣਾ ਬਹਿਣਾ ਔਖਾ ਹੋਇਆ ਕਿ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ। ਖਾਲਸਾ ਪੰਥ ਨੂੰ ਚੜ੍ਹਦੀ ਕਲਾ, ਏਕਤਾ, ਪਿਆਰ ਬਖਸ਼ਿਸ਼ ਕਰਨ। ਪੰਥ ਦੀ ਉਹ ਆਪੇ ਬਾਗਡੋਰ ਸੰਭਾਲਣ ਵਾਲੇ ਹਨ। ਸੱਚੇ ਪਾਤਸ਼ਾਹ ਮਿਹਰ ਕਰਨ, ਉਹਨਾਂ ਦੁਖੀਆਂ ਦੀ ਵੀ ਮਦਦ ਕਰੀਏ ਜਿਹੜੇ ਵਿਚਾਰੇ ਕਿਸ ਤਰ੍ਹਾਂ ਖਾਨਾ ਬਦੋਸ਼। ਹੁਣ ਪਹਿਲਾਂ ਪਾਕਿਸਤਾਨ ਬਣਿਆ, ਉਦੋਂ ਖਾਨਾ ਬਦੋਸ਼ ਬਣਾਇਆ, ਫਿਰ ਆ ਘੱਲੂਕਾਰਿਆਂ ਵਿੱਚ। ਹੁਣ ਆ ਦੇਖ ਲਓ, ਰੋਜ਼ ਨਵੀਆਂ ਤੇ ਨਵੀਆਂ ਖਬਰਾਂ। ਇੱਧਰ ਕਿਸਾਨਾਂ ਦਾ ਲੈ ਲਓ। ਸੱਚੇ ਪਾਤਸ਼ਾਹ ਕਿਰਪਾ ਕਰਨ, ਕਿਤੇ ਲੋਕਾਂ ਨੂੰ ਇਹਨਾਂ ਨੂੰ ਸਮੱਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।